ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਇਹ ਪਾਵਨ ਅਸਥਾਨ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਸੁਭਾਇਮਾਨ ਹੈ। ਜਿਸ ਵੇਲੇ ਪੰਗਾਣੀ ਦਾ ਯੁੱਧ ਜਿੱਤ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵਾਪਸ ਗੁਰੂ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਵਸਾਈ ਨਗਰੀ ਚੱਕ ਨਾਨਕੀ ਵਿਖੇ ਪੁੱਜੇ ਤਾਂ ਨਗਰੀ ਦੀ ਹਾਲਤ ਠੀਕ ਨਹੀਂ ਸੀ, ਜਿਸ ਤੇ ਆਪ ਜੀ ਨੇ ਨਗਰੀ ਦੀ ਨਵੇਂ ਸਿਰਿਓਂ ਉਸਾਰੀ ਆਰੰਭ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਗਰ ਵਿੱਚ ਵੈਰੀਆਂ ਤੋਂ ਸੁਰੱਖਿਆ ਵਾਸਤੇ 5 ਕਿਲਿਆਂ ਦੀ ਉਸਾਰੀ ਵੀ ਕਰਵਾਈ। ਉਹ 5 ਕਿਲੇ ਹਨ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ, ਕਿਲਾ ਸ੍ਰੀ ਲੋਹਗੜ੍ਹ ਸਾਹਿਬ, ਕਿਲਾ ਸ੍ਰੀ ਹੋਲਗੜ੍ਹ ਸਾਹਿਬ, ਕਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਕਿਲਾ ਸ੍ਰੀ ਤਾਰਾਗੜ੍ਹ ਸਾਹਿਬ। ਇਹਨਾਂ ਵਿੱਚੋਂ ਜਿੱਥੇ 4 ਕਿਲਿਆਂ ਵਿੱਚ ਸਤਿਗੁਰਾਂ ਦੀ ਫੌਜ ਦੇ ਪਹਿਰੇ ਰਹਿੰਦੇ ਸਨ, ਉੱਥੇ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਵਿਖੇ ਸਤਿਗੁਰੂ ਜੀ ਆਪ ਨਿਵਾਸ ਕਰਦੇ ਸਨ ਤੇ ਆਉਣ ਵਾਲੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਸਨ। ਜਿੱਥੇ ਸਤਿਗੁਰਾਂ ਨੇ ਇਸ ਰਮਣੀਕ ਨਗਰੀ ਵਿੱਚ ਕਈ ਮਹੱਤਵਪੂਰਨ ਅਸਥਾਨਾਂ ਦੀ ਉਸਾਰੀ ਕਰਵਾਈ, ਉੱਥੇ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਦੱਖਣ ਦਿਸ਼ਾ ਵੱਲ ਪਿੰਡ ਲੋਧੀਪੁਰ ਦੀ ਹੱਦ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਦੇ ਵਿਚਕਾਰਲੀ ਪਹਾੜੀ ਦੇ ਹੇਠਾਂ ਦੀ ਸੜਕ ਦੇ ਕੰਢੇ ਤੇ ਇੱਕ ਬੜਾ ਹੀ ਸੋਹਣਾ ਤੇ ਅਦਭੁਤ ਫੁੱਲਾਂ ਅਤੇ ਫਲਾਂ ਦਾ ਬਾਗ ਵੀ ਲਗਵਾਇਆ, ਜੋ 3 ਮੀਲ ਦੇ ਮੁਰੱਬੇ ਵਿੱਚ ਸੀ ਤੇ ਇਸ ਬਾਗ ਦੀ ਸੋਭਾ ਕਹਿਣ ਤੋਂ ਬਾਹਰ ਸੀ। ਇਹ ਬੜਾ ਹੀ ਰਮਣੀਕ, ਸੋਹਣਾ ਅਤੇ ਖੁਸ਼ੀ ਖੇੜੇ ਤੇ ਆਨੰਦ ਦੇਣ ਵਾਲਾ ਬਾਗ ਸੀ। ਇਸ ਬਾਗ ਦੇ ਅੰਦਰ ਭਾਂਤ-ਭਾਂਤ ਦੀਆਂ ਥਾਵਾਂ ਤੋਂ ਆਏ ਬੂਟੇ, ਫਲ ਤੇ ਵੱਖ-ਵੱਖ ਸੁਗੰਧੀਆਂ ਵਾਲੇ ਫੁੱਲ ਸਨ। ਇਸ ਬਾਗ ਦੀ ਦੇਖਭਾਲ ਲਈ ਸਤਿਗੁਰਾਂ ਨੇ ਭਾਈ ਕੇਸਰਾ ਸਿੰਘ ਜੀ ਦੀ ਸੇਵਾ ਲਈ। ਭਾਈ ਕੇਸਰਾ ਸਿੰਘ ਜੀ ਬਾਗ ਦੀ ਦੇਖਭਾਲ ਕਰਦੇ ਅਤੇ ਰੋਜ਼ ਫੁੱਲਾਂ ਦੀ ਇੱਕ ਮਾਲਾ ਪਰੋ ਕੇ ਮਾਤਾ ਜੀਤੋ ਜੀ ਕੋਲ ਲੈ ਜਾਂਦੇ, ਜੋ ਮਾਤਾ ਜੀ ਰੋਜ਼ ਹੀ ਅੰਮ੍ਰਿਤ ਵੇਲੇ ਪਤੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਤਾਂ ਉਹਨਾਂ ਦੇ ਗਲ ਵਿੱਚ ਪਾਇਆ ਕਰਦੇ ਸਨ। ਇਹ ਮਾਤਾ ਜੀ ਦਾ ਰੋਜ਼ ਦਾ ਨੇਮ ਸੀ, ਜਿਸ ਕਰਕੇ ਮਾਤਾ ਜੀ ਨੇ ਭਾਈ ਕੇਸਰਾ ਸਿੰਘ ਜੀ ਦੀ ਡਿਊਟੀ ਫੁੱਲਾਂ ਦੀ ਮਾਲਾ ਪਰੋ ਕੇ ਹਾਜ਼ਰ ਕਰਨ ਦੀ ਲਾਈ ਹੋਈ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਸੋਹਣਾ ਬਾਗ ਸ਼ਹੀਦੀ ਬਾਗ ਦੇ ਨਾਂ ਨਾਲ ਕਿਵੇਂ ਪ੍ਰਸਿੱਧ ਹੋਇਆ, ਇਸ ਬਾਬਤ ਇਤਿਹਾਸ ਵਾਚਦਿਆਂ ਇਹ ਪਤਾ ਲੱਗਦਾ ਹੈ ਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਭਾਰੀ ਜੰਗਾਂ ਦਾ ਦੌਰ ਸ਼ੁਰੂ ਹੋਇਆ ਤਾਂ ਕਲਗੀਧਰ ਪਿਤਾ ਜੀ ਦੀਆਂ ਮੁਗਲਾਂ ਤੇ ਪਹਾੜੀ ਰਾਜਿਆਂ ਨਾਲ ਕਈ ਜੰਗਾਂ ਹੋਈਆਂ। ਇਹਨਾਂ ਜੰਗਾਂ ਵਿੱਚ ਗੁਰੂ ਪਿਤਾ ਜੀ ਦੇ ਜੋ ਵੀ ਸਿੰਘ ਸ਼ਹੀਦ ਹੁੰਦੇ, ਤਿਨਾਂ ਦੀ ਪਾਵਨ ਦੇਹ ਦਾ ਅੰਤਮ ਸੰਸਕਾਰ ਗੁਰੂ ਪਾਤਸ਼ਾਹ ਜੀ ਇਸੇ ਬਾਗ ਵਿੱਚ ਇੱਕ ਅਸਥਾਨ ਤੇ ਕਰਦੇ ਰਹੇ, ਜਿਸ ਕਰਕੇ ਇਹ ਸ਼ਹੀਦਾਂ ਦਾ ਅੰਗੀਠਾ ਕਰਕੇ ਪ੍ਰਸਿੱਧ ਹੋਇਆ। ਕਿਉਂਕਿ ਸ਼ਹੀਦਾਂ ਦਾ ਅੰਗੀਠਾ ਸਾਹਿਬ ਬਾਗ ਵਿੱਚ ਸੀ, ਇਸ ਕਰਕੇ ਬਾਗ ਦਾ ਨਾਂ ਹੀ ਸ਼ਹੀਦੀ ਬਾਗ ਪੈ ਗਿਆ। ਸੋ ਜਿੱਥੇ ਸ਼ਹੀਦ ਸਿੰਘਾਂ ਦਾ ਅੰਗੀਠਾ ਸਾਹਿਬ ਸੀ, ਅੱਜ ਉਸੇ ਹੀ ਅਸਥਾਨ ਤੇ ਗੁਰਦੁਆਰਾ ਸ਼ਹੀਦੀ ਬਾਗ ਸੁਸ਼ੋਭਿਤ ਹੈ। ਗੁਰਦੁਆਰਾ ਸ਼ਹੀਦੀ ਬਾਗ ਦੇ ਇਸ ਪਾਵਨ ਅਸਥਾਨ ਨਾਲ ਸੋਹਿਨਾ ਤੇ ਮੋਹਿਨਾ ਨਾਂ ਦੇ ਪਤੀ ਪਤਨੀ ਨਾਲ ਸੰਬੰਧਿਤ ਵੀ ਇੱਕ ਸਾਖੀ ਜੁੜੀ ਹੋਈ ਹੈ। ਰਾਏਪੁਰ ਦੇ ਰਹਿਣ ਵਾਲੇ ਭਾਈ ਸੋਹਿਨਾ ਸਨ, ਜਿਨ੍ਹਾਂ ਦੀ ਸੁਪਤਨੀ ਮੋਹਿਨਾ ਸੀ, ਜੋ ਕਿ ਬਹੁਤ ਅਮੀਰ ਸਨ, ਪਰ ਉਹਨਾਂ ਦੇ ਗ੍ਰਹਿ ਵਿਖੇ ਕੋਈ ਸੰਤਾਨ ਨਹੀਂ ਸੀ। ਇਹ ਦੋਵੇਂ ਹੀ ਬੜੇ ਧਾਰਮਿਕ ਬਿਰਤੀ ਵਾਲੇ ਸਨ, ਆਪਣੇ ਠਾਕੁਰ ਦੀ ਪੂਜਾ ਵਿੱਚ ਲੱਗੇ ਰਹਿੰਦੇ ਸਨ। ਇਹ ਦੋਵੇਂ ਹੀ ਰਾਗ ਵਿਦਿਆ ਵਿੱਚ ਵੀ ਪ੍ਰਬੀਨ ਸਨ। ਇਹਨਾਂ ਦੋਹਾਂ ਦਾ ਰੋਜ਼ ਦਾ ਨੇਮ ਸੀ ਕਿ ਇਹ ਮੰਦਿਰ ਵਿੱਚ ਮੂਰਤੀਆਂ ਦਾ ਇਸ਼ਨਾਨ ਕਰਾ ਕੇ ਫਿਰ ਦੋਵੇਂ ਮਿਲ ਕੇ ਕੀਰਤਨ ਕਰਿਆ ਕਰਦੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਸੋਹਿਨਾ ਅਤੇ ਮੋਹਿਨਾ ਠਾਕੁਰ ਪੂਜਾ ਅਤੇ ਇਸ਼ਨਾਨ ਲਈ ਜਲ ਭਰ ਕੇ ਲਿਜਾ ਰਹੇ ਸਨ ਤਾਂ ਰਾਹ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਸਿੰਘ, ਜੋ ਕਿ ਜੰਗ ਵਿੱਚ ਫੱਟੜ ਹੋ ਚੁੱਕਾ ਸੀ, ਉਸ ਸਿੰਘ ਨੇ ਉਹਨਾਂ ਕੋਲੋਂ ਜਲ ਮੰਗਿਆ। ਪਰ ਇਹਨਾਂ ਦੋਹਾਂ ਪਤੀ ਪਤਨੀ ਨੇ ਇਹ ਕਹਿ ਕੇ ਉਸ ਸਿੰਘ ਨੂੰ ਜਲ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸੁੱਚਾ ਜਲ ਠਾਕੁਰ ਮੂਰਤੀਆਂ ਦੇ ਇਸ਼ਨਾਨ ਲਈ ਹੈ, ਤੁਹਾਨੂੰ ਦੁਬਾਰਾ ਆ ਕੇ ਪਿਆ ਦੇਵਾਂਗੇ। ਇਹ ਸੁਣ ਉਸ ਸਿੱਖ ਨੇ ਇਹਨਾਂ ਨੂੰ ਕਿਹਾ ਕਿ ਜਿਸ ਠਾਕੁਰ ਦੀ ਪੂਜਾ ਤੁਸੀਂ ਕਰਨ ਜਾ ਰਹੇ ਹੋ, ਉਹਨਾਂ ਨੇ ਤੁਹਾਨੂੰ ਦਰਸ਼ਨ ਨਹੀਂ ਦੇਣੇ। ਇਸ ਦੰਪਤੀ ਨੇ ਮੂਰਤੀਆਂ ਦਾ ਇਸ਼ਨਾਨ ਕਰਵਾਇਆ ਤੇ ਕੀਰਤਨ ਆਰੰਭ ਕੀਤਾ, ਪਰ ਅੱਜ ਇਹਨਾਂ ਦਾ ਭਗਤੀ ਵਿੱਚ ਮਨ ਨਹੀਂ ਲੱਗਾ। ਉਸ ਸਿੱਖ ਦੇ ਬੋਲ ਇਹਨਾਂ ਦੇ ਕੰਨਾਂ ਵਿੱਚ ਗੂੰਜ ਰਹੇ ਸਨ ਕਿ ਠਾਕੁਰ ਦਰਸ਼ਨ ਨਹੀਂ ਦੇਵੇਗਾ। ਉਹ ਦੋਵੇਂ ਵਾਪਸ ਉਸ ਸਿੰਘ ਨੂੰ ਪਾਣੀ ਪਿਆਉਣ ਵਾਸਤੇ ਆਏ, ਪਰ ਤਾਂ ਤੱਕ ਉਹ ਸਿੰਘ ਆਪਣੇ ਪ੍ਰਾਣ ਤਿਆਗ ਚੁੱਕਾ ਸੀ। ਉਸ ਵੇਲੇ ਇਹਨਾਂ ਦੋਹਾਂ ਦੇ ਮਨ ਵਿੱਚ ਬਹੁਤ ਪਛਤਾਵਾ ਉਪਜਿਆ ਕਿ ਸਾਡੇ ਪਾਣੀ ਨਾ ਪਿਆਉਣ ਕਾਰਨ ਸਿੱਖ ਦੀ ਮੌਤ ਹੋ ਗਈ।
ਆਪਣੀ ਭੁੱਲ ਬਖਸ਼ਵਾਉਣ ਲਈ ਇਹ ਦੋਵੇਂ ਪਤੀ ਪਤਨੀ ਸੋਹਿਨਾ ਤੇ ਮੋਹਿਨਾ ਰਾਏਪੁਰ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪੁੱਜੇ। ਇੱਥੇ ਸ਼ਹੀਦੀ ਬਾਗ ਦੇ ਇਸੇ ਪਾਵਨ ਅਸਥਾਨ ਤੇ ਹੀ ਇਹਨਾਂ ਦੀ ਮੁਲਾਕਾਤ ਭਾਈ ਕੇਸਰਾ ਸਿੰਘ ਜੀ ਨਾਲ ਹੋਈ। ਉਹਨਾਂ ਦੋਹਾਂ ਨੇ ਭਾਈ ਕੇਸਰਾ ਸਿੰਘ ਜੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ ਤਾਂ ਭਾਈ ਕੇਸਰਾ ਸਿੰਘ ਜੀ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਵਿੱਚ ਲੱਗੋ, ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਤੇ ਤੁਹਾਡੀ ਭੁੱਲ ਬਖਸ਼ਣਗੇ। ਇਸ ਤਰ੍ਹਾਂ ਇਹ ਦੋਵੇਂ ਫੁੱਲਾਂ ਅਤੇ ਫਲਾਂ ਦੇ ਇਸ ਬਾਗ ਅੰਦਰ ਸੇਵਾ ਵਿੱਚ ਲੱਗ ਗਏ। ਇੱਕ ਦਿਨ ਜਦੋਂ ਰੋਜ਼ ਦੀ ਤਰ੍ਹਾਂ ਭਾਈ ਕੇਸਰਾ ਸਿੰਘ ਜੀ ਗੁਰੂ ਪਾਤਸ਼ਾਹ ਜੀ ਲਈ ਫੁੱਲਾਂ ਦੀ ਮਾਲਾ ਪਰੋਣ ਲੱਗੇ ਤਾਂ ਇਹਨਾਂ ਦੋਹਾਂ ਨੇ ਮਾਲਾ ਆਪ ਪਰੋਣ ਦੀ ਬੇਨਤੀ ਕੀਤੀ, ਜਿਸ ਤੇ ਭਾਈ ਕੇਸਰਾ ਸਿੰਘ ਜੀ ਨੇ ਇਹਨਾਂ ਨੂੰ ਇਹ ਸੇਵਾ ਦੇ ਦਿੱਤੀ। ਬੜੇ ਹੀ ਪ੍ਰੇਮ ਨਾਲ ਇਹਨਾਂ ਦੋਹਾਂ ਨੇ ਉਹ ਮਾਲਾ ਪਰੋਈ ਤੇ ਭਾਈ ਕੇਸਰਾ ਸਿੰਘ ਜੀ ਮਾਲਾ ਮਾਤਾ ਜੀਤੋ ਜੀ ਪਾਸ ਲੈ ਗਏ। ਮਾਲਾ ਪਾਉਂਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਉਸ ਵਿੱਚੋਂ ਅੱਜ ਇੱਕ ਵੱਖਰੀ ਹੀ ਪ੍ਰੇਮ ਦੀ ਸੁਗੰਧੀ ਆਈ, ਜਿਸ ਤੇ ਗੁਰੂ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਭਾਈ ਕੇਸਰਾ ਸਿੰਘ ਜੀ ਨੂੰ ਕੁਝ ਮੰਗਣ ਲਈ ਕਿਹਾ। ਪਰ ਭਾਈ ਸਾਹਿਬ ਜੀ ਨੇ ਗੁਰੂ ਪਿਤਾ ਜੀ ਨੂੰ ਕਿਹਾ ਕਿ ਸਤਿਗੁਰੂ ਜੀ, ਜੇ ਤਰੁੱਠੇ ਹੀ ਹੋ ਤਾਂ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਹੈ ਉਹਨਾਂ ਨੂੰ ਬਖਸ਼ੋ। ਸਤਿਗੁਰੂ ਜੀ ਦੇ ਉਹਨਾਂ ਬਾਰੇ ਪੁੱਛਣ ਤੇ ਭਾਈ ਕੇਸਰਾ ਸਿੰਘ ਜੀ ਨੇ ਸੋਹਿਨਾ ਅਤੇ ਮੋਹਿਨਾ ਦੀ ਸਾਰੀ ਵਿਥਿਆ ਗੁਰੂ ਪਾਤਸ਼ਾਹ ਜੀ ਨੂੰ ਸੁਣਾ ਦਿੱਤੀ। ਇਹ ਸਭ ਸੁਣ ਕੇ ਗੁਰੂ ਪਿਤਾ ਜੀ ਨੇ ਕੁਝ ਪਲ ਚੁੱਪ ਰਹਿਣ ਮਗਰੋਂ ਕਿਹਾ ਕਿ ਕੇਸਰਾ ਸਿੰਘ ਜੀ, ਉਹਨਾਂ ਨੂੰ ਸਾਡਾ ਸੁਨੇਹਾ ਦੇਣਾ ਕਿ ਸੇਵਾ ਜ਼ਰੂਰ ਕਰਦੇ ਰਹਿਣ ਪਰ ਸਾਡੇ ਮੱਥੇ ਨਾ ਲੱਗਣ। ਜਦੋਂ ਭਾਈ ਕੇਸਰਾ ਸਿੰਘ ਜੀ ਨੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਬਚਨ ਸੋਹਿਨਾ ਤੇ ਮੋਹਿਨਾ ਨੂੰ ਦੱਸੇ ਤਾਂ ਦੋਵੇਂ ਬਹੁਤ ਦੁਖੀ ਹੋਏ। ਉਹਨਾਂ ਨੂੰ ਉਸ ਸਿੰਘ ਦੇ ਬਚਨ ਚੇਤੇ ਆ ਗਏ ਕਿ ਠਾਕੁਰ ਦਰਸ਼ਨ ਨਹੀਂ ਦੇਣਗੇ, ਪਰ ਫਿਰ ਵੀ ਉਹ ਦੋਵੇਂ ਭਰੋਸਾ ਰੱਖ ਕੇ ਸੇਵਾ ਵਿੱਚ ਲੱਗੇ ਰਹੇ। ਪੋਹ ਸੁਦੀ ਸਪਤਮੀ ਵਾਲਾ ਦਿਨ ਆ ਰਿਹਾ ਸੀ, ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦਾ ਦਿਨ। ਭਾਈ ਕੇਸਰਾ ਸਿੰਘ ਜੀ ਨੇ ਸਤਿਗੁਰਾਂ ਨੂੰ ਫੁੱਲ ਭੇਟਾ ਕਰਨ ਵਾਸਤੇ ਤੇ ਗੁਰੂ ਘਰ ਦੇ ਸ਼ਿੰਗਾਰ ਵਾਸਤੇ ਬਹੁਤ ਸੋਹਣੇ ਫੁੱਲਾਂ ਦੀ ਬਗੀਚੀ ਤਿਆਰ ਕੀਤੀ ਹੋਈ ਸੀ। ਪੋਹ ਸੁਦੀ 6ਵੀਂ ਵਾਲੇ ਦਿਨ ਭਾਈ ਕੇਸਰਾ ਸਿੰਘ ਜੀ ਭਾਈ ਸੋਹਿਨਾ ਨੂੰ ਨਾਲ ਲੈ ਕੇ ਕੁਝ ਜ਼ਰੂਰੀ ਕਾਰਜ ਵਾਸਤੇ ਬਾਹਰ ਗਏ ਹੋਏ ਸਨ ਤਾਂ ਮਗਰੋਂ ਬੀਬੀ ਮੋਹਿਨਾ ਬਾਗ ਦੀ ਦੇਖਭਾਲ ਕਰ ਰਹੀ ਸੀ। ਉਸ ਵੇਲੇ ਬਾਗ ਵਿੱਚ ਇੱਕ ਜਲਾਲੀ ਰੋਡੇ ਪੀਰ ਆਇਆ। ਉਸ ਦੇ ਭਿਕਸ਼ਾ ਮੰਗਣ ਤੇ ਜਦੋਂ ਬੀਬੀ ਮੋਹਿਨਾ ਅੰਦਰੋਂ ਆਟਾ ਲੈ ਕੇ ਆਈ ਤਾਂ ਉਹ ਪੀਰ ਕਹਿਣ ਲੱਗਾ, ਮੈਂ ਇਹ ਆਟਾ ਨਹੀਂ ਲੈਣਾ, ਮੈਂ ਫੁੱਲ ਲੈਣੇ ਹਨ। ਜਿਸ ਤੇ ਬੀਬੀ ਮੋਹਿਨਾ ਨੇ ਜਲਾਲੀ ਪੀਰ ਨੂੰ ਕਿਹਾ ਕਿ ਬਾਗ ਦੇ ਮਾਲੀ ਭਾਈ ਕੇਸਰਾ ਸਿੰਘ ਜੀ ਹਨ, ਫੁੱਲ ਦੇਣ ਦਾ ਅਧਿਕਾਰ ਸਿਰਫ ਉਹਨਾਂ ਪਾਸ ਹੈ। ਇਹ ਸੁਣ ਪੀਰ ਕ੍ਰੋਧ ਵਿੱਚ ਆ ਕੇ ਬੀਬੀ ਮੋਹਿਨਾ ਨੂੰ ਸਰਾਪ ਦੇਣ ਦੀ ਗੱਲ ਕਹਿਣ ਲੱਗਾ, ਜਿਸ ਤੇ ਬੀਬੀ ਮੋਹਿਨਾ ਮਨ ਵਿੱਚ ਵਿਚਾਰਦੀ ਹੈ ਕਿ ਹਲੇ ਤਾਂ ਪਹਿਲਾਂ ਹੀ ਸਿੱਖ ਦਾ ਸਰਾਪ ਬਖਸ਼ਿਆ ਨਹੀਂ ਜਾ ਰਿਹਾ, ਦੂਜਾ ਸਰਾਪ ਫਿਰ ਮਿਲਣ ਲੱਗਾ ਹੈ। ਇਹ ਸਭ ਸੋਚਦੀ ਉਹ ਬੇਹੋਸ਼ ਹੋ ਕੇ ਡਿੱਗ ਪਈ ਤੇ ਜਲਾਲੀ ਪੀਰ ਸਾਰੇ ਫੁੱਲ ਤੋੜ ਕੇ ਲੈ ਗਿਆ। ਭਾਈ ਸੋਹਿਨਾ ਦੇ ਵਾਪਸ ਆਉਣ ਤੇ ਜਦੋਂ ਉਹਨਾਂ ਨੂੰ ਜਲਾਲੀ ਪੀਰ ਵਾਲੀ ਸਾਰੀ ਗੱਲ ਪਤਾ ਲੱਗੀ ਤਾਂ ਉਹ ਦੋਵੇਂ ਫੁੱਲਾਂ ਵੱਲ ਗਏ, ਪਰ ਉਹਨਾਂ ਵੇਖਿਆ ਕਿ ਉੱਥੇ ਕੋਈ ਫੁੱਲ ਨਹੀਂ ਸੀ। ਇਹ ਵੇਖ ਦੋਵੇਂ ਘਬਰਾ ਕੇ ਬੇਹੋਸ਼ ਹੋ ਗਏ। ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਆਪ ਜੀ ਦਾ ਦਰਬਾਰ ਸਜਿਆ ਹੋਇਆ ਸੀ। ਸੰਗਤਾਂ ਦੂਰੋਂ ਦੂਰੋਂ ਆਪ ਜੀ ਦਾ ਅਵਤਾਰ ਪੁਰਬ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜੀਆਂ ਹੋਈਆਂ ਸਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਉੱਥੇ ਹੀ ਜਲਾਲੀ ਰੋਡੇ ਪੀਰ ਵੀ ਗੁਰੂ ਪਾਤਸ਼ਾਹ ਜੀ ਦੇ ਕੋਲ ਫੁੱਲ ਲੈ ਕੇ ਪੁੱਜਿਆ। ਉਹਦੇ ਫੁੱਲ ਭੇਟ ਕਰਨ ਉਪਰੰਤ ਜਦੋਂ ਸਤਿਗੁਰੂ ਜੀ ਨੇ ਉਸ ਤੋਂ ਪੁੱਛਿਆ ਕਿ ਤੂੰ ਕੌਣ ਹੈ, ਕਹਿਣ ਲੱਗਾ, ਜੀ ਮੈਂ ਜਲਾਲੀ ਰੋਡੇ ਪੀਰ। ਜਿਸ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜਲਾਲੀ ਜਾਂ ਪਲਾਲੀ, ਤੂੰ ਪਲਾਲ ਕਿਉਂ ਕੀਤਾ ਹੈ, ਇਹ ਲਹਿ ਲਹਾਉਂਦੇ ਫੁੱਲ ਕਿਉਂ ਤੋੜੇ ਹਨ। ਗੁਰੂ ਪਿਤਾ ਜੀ ਦੀ ਇਸ ਗੱਲ ਦਾ ਉੱਤਰ ਦਿੰਦਿਆਂ ਪੀਰ ਕਹਿਣ ਲੱਗਾ ਕਿ ਸਤਿਗੁਰੂ ਜੀ, ਸਤਪੁਰਖਾਂ ਅੱਗੇ ਖਾਲੀ ਹੱਥ ਜਾਣਾ ਚੰਗਾ ਨਹੀਂ ਤੇ ਮੇਰੇ ਕੋਲ ਹੋਰ ਕੁਝ ਤਾਂ ਹੈ ਨਹੀਂ, ਇਸ ਕਰਕੇ ਇਹ ਫੁੱਲ ਤੋੜ ਲਿਆਉਂਦੇ। ਗੁਰੂ ਪਾਤਸ਼ਾਹ ਜੀ ਦੇ ਇਸ਼ਾਰੇ ਤੇ ਭਾਈ ਮਨੀ ਸਿੰਘ ਜੀ ਨੇ ਪੀਰ ਦੀ ਟੋਪੀ ਜਦੋਂ ਹੱਥ ਮਾਰ ਕੇ ਸਿਰ ਤੋਂ ਲਾਹੀ ਤਾਂ ਉਸ ਚੋਂ 5 ਮੋਹਰਾਂ ਨਿਕਲੀਆਂ। ਪੀਰ ਦਾ ਛਲ ਸਾਹਮਣੇ ਆ ਗਿਆ ਤੇ ਉਹ ਸ਼ਰਮਿੰਦਾ ਹੋ ਗਿਆ। ਗੁਰੂ ਪਾਤਸ਼ਾਹ ਜੀ ਨੇ ਪੀਰ ਨੂੰ ਕਿਹਾ, ਭਾਵੇਂ ਤੇਰੇ ਕੋਲ ਮੋਹਰਾਂ ਸਨ, ਪਰ ਜੇ ਕੁਝ ਨਾ ਵੀ ਹੁੰਦਾ ਤਾਂ ਤੂੰ ਖਾਲੀ ਹੱਥ ਆ ਜਾਂਦਾ। ਤੈਨੂੰ ਇਹ ਫੁੱਲ ਨਹੀਂ ਸਨ ਤੋੜਨੇ ਚਾਹੀਦੇ। ਤੂੰ ਫੁੱਲ ਨਹੀਂ ਤੋੜੇ, ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖੀ ਰੂਪੀ ਬਾਗ ਵਿੱਚੋਂ 2 ਜਿਉਂਦੀਆਂ ਰੂਹਾਂ ਤੋੜ ਸੁੱਟੀਆਂ ਹਨ।
ਇਹ ਕਹਿ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭਰੇ ਦੀਵਾਨ ਵਿੱਚੋਂ ਛੇਤੀ ਨਾਲ ਉਠੇ ਤੇ ਨੰਗੇ ਚਰਨ ਹੀ ਬਾਗ ਵੱਲ ਨੂੰ ਨੱਠ ਪਏ। ਭਾਈ ਦਇਆ ਸਿੰਘ ਜੀ ਤੇ ਹੋਰ ਸੰਗਤਾਂ ਵੀ ਗੁਰੂ ਪਾਤਸ਼ਾਹ ਜੀ ਦੇ ਨਾਲ ਸਨ। ਗੁਰੂ ਜੀ ਜਿਸ ਵੇਲੇ ਬਾਗ ਵਿੱਚ ਆਏ ਤਾਂ ਭਾਈ ਸੋਹਿਨਾ ਤੇ ਬੀਬੀ ਮੋਹਿਨਾ ਦੋਵੇਂ ਹੀ ਪ੍ਰਾਣ ਤਿਆਗ ਚੁੱਕੇ ਸਨ। ਸਤਿਗੁਰਾਂ ਨੇ ਦੋਹਾਂ ਦੇ ਸਿਰ ਆਪਣੀ ਗੋਦ ਵਿੱਚ ਰੱਖੇ ਤੇ ਭਾਈ ਦਇਆ ਸਿੰਘ ਜੀ ਨੂੰ ਜਲ ਲਿਆਉਣ ਵਾਸਤੇ ਕਿਹਾ। ਭਾਈ ਦਇਆ ਸਿੰਘ ਜੀ ਬਾਗ ਵਿਚਲੀ ਬਾਉਲੀ ਵਿੱਚੋਂ ਜਲ ਲੈ ਕੇ ਆਏ ਤਾਂ ਸਤਿਗੁਰਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਦੋਹਾਂ ਦੇ ਮੁਖ ਤੇ ਜਲ ਦੇ ਛਿੱਟੇ ਮਾਰੇ, ਜਿਸ ਤੋਂ ਬਾਅਦ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰਤ ਆਨ ਮਿਲਾਇਆ ਦੇ ਮਹਾਵਾਕ ਅਨੁਸਾਰ ਉਹ ਮੁੜ ਜੀਵਿਤ ਹੋ ਗਏ। ਜਦੋਂ ਭਾਈ ਸੋਹਿਨਾ ਤੇ ਬੀਬੀ ਮੋਹਿਨਾ ਨੇ ਨੇਤਰ ਖੋਲੇ ਤਾਂ ਸਤਿਗੁਰਾਂ ਦੇ ਪਾਵਨ ਦਰਸ਼ਨ ਹੋਏ, ਜਿਸ ਤੇ ਉਹਨਾਂ ਦੇ ਮਨ ਵਿੱਚ ਵਿਚਾਰ ਆਈ ਕਿ ਸਾਨੂੰ ਸੁਪਨੇ ਵਿੱਚ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਹਨ, ਕਿਉਂਕਿ ਪ੍ਰਤੱਖ ਦਰਸ਼ਨਾਂ ਦੀ ਤਾਂ ਸਾਨੂੰ ਆਗਿਆ ਹੀ ਨਹੀਂ ਹੈ। ਜਾਣੀ ਜਾਣ ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਸੁਪਨਾ ਨਹੀਂ ਪ੍ਰਤੱਖ ਹੈ। ਸਾਨੂੰ ਸਿੱਖ ਨੇ ਦਰਗਾਹੋਂ ਸੁਨੇਹਾ ਕੱਲਿਆ ਹੈ ਕਿ ਮੈਂ ਬਖਸ਼ ਦਿੱਤਾ ਹੈ, ਆਪ ਜੀ ਵੀ ਕਿਰਪਾ ਕਰਕੇ ਇਹਨਾਂ ਨੂੰ ਬਖਸ਼ੋ ਤੇ ਦਰਸ਼ਨ ਦਿਓ। ਗੁਰੂ ਜੀ ਦੇ ਇਹ ਬਚਨ ਸੁਣ ਉਹਨਾਂ ਦੋਹਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਤੇ ਨੇਤਰਾਂ ਵਿੱਚੋਂ ਪ੍ਰੇਮ ਦਾ ਜਲ ਵਹਿ ਤੁਰਿਆ। ਉਹਨਾਂ ਨੇ ਗੁਰੂ ਦੇ ਚਰਨਾਂ ਤੇ ਸੀਸ ਰੱਖਿਆ ਤੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ। ਗੁਰੂ ਪਿਤਾ ਜੀ ਨੇ ਦੋਵੇਂ ਜੀਆਂ ਨੂੰ ਗਲ ਨਾਲ ਲਾਇਆ ਤੇ ਕੀਰਤਨ ਸੁਣਾਉਣ ਲਈ ਕਿਹਾ। ਦੋਹਾਂ ਨੇ ਰਬਾਬ ਤੇ ਸਰੰਦਾ ਲੈ ਕੀਰਤਨ ਸ਼ੁਰੂ ਕੀਤਾ। ਸੰਗਤ ਵੀ ਬੈਠ ਕੇ ਸੁਣਨ ਲੱਗ ਪਈ ਅਤੇ ਇਸ ਤਰ੍ਹਾਂ ਸਤਿਗੁਰਾਂ ਨੇ ਦੋਹਾਂ ਜੀਆਂ ਦਾ ਉद्धार ਕੀਤਾ। ਗੁਰਦੁਆਰਾ ਸ਼ਹੀਦੀ ਬਾਗ ਦੇ ਇਸ ਪਾਵਨ ਅਸਥਾਨ ਨਾਲ ਭਾਈ ਨੰਦ ਲਾਲ ਜੀ ਦੀ ਵੀ ਇੱਕ ਸਾਖੀ ਜੁੜੀ ਹੋਈ ਹੈ। ਸ੍ਰੀ ਅਨੰਦਪੁਰ ਸਾਹਿਬ ਜੀ ਵਿੱਚ ਜਿੱਥੇ ਹੋਰ ਬੇਅੰਤ ਲੰਗਰ ਚੱਲਦੇ ਸਨ, ਉੱਥੇ ਸ਼ਹੀਦੀ ਬਾਗ 'ਚ ਭਾਈ ਨੰਦ ਲਾਲ ਜੀ ਵੀ ਲੰਗਰ ਚਲਾਉਂਦੇ ਸਨ। ਇੱਕ ਵਾਰ ਦੀ ਗੱਲ ਹੈ, ਸਤਿਗੁਰਾਂ ਦੇ ਸਜੇ ਹੋਏ ਦੀਵਾਨ ਵਿੱਚ ਸਾਰੇ ਹੀ ਲੰਗਰ ਚਲਾਉਣ ਵਾਲੇ ਗੁਰਸਿੱਖ ਆਪੋ ਆਪਣੇ ਲੰਗਰ ਦੀ ਸੋਭਾ ਕਰ ਰਹੇ ਸਨ ਤਾਂ ਇਹ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੱਖਾਂ ਵੱਲੋਂ ਚਲਾਏ ਜਾ ਰਹੇ ਲੰਗਰਾਂ ਦੀ ਪ੍ਰੀਖਿਆ ਕਰਨ ਦਾ ਸੰਕਲਪ ਕੀਤਾ। ਕੁਝ ਦਿਨ ਬਾਅਦ ਗੁਰੂ ਪਾਤਸ਼ਾਹ ਜੀ ਭੇਖ ਬਦਲ ਕੇ ਰਾਤ ਨੂੰ ਲੰਗਰਾਂ ਵਿੱਚ ਗਏ, ਜਾ ਕੇ ਭੋਜਨ ਦੀ ਮੰਗ ਕੀਤੀ। ਅੱਧੀ ਰਾਤ ਦਾ ਸਮਾਂ ਜਾਣ ਕੇ ਸਭ ਨੇ ਭੋਜਨ ਛਕਾਉਣ ਤੋਂ ਮਨਾ ਕਰ ਦਿੱਤਾ ਤਾਂ ਗੁਰੂ ਪਾਤਸ਼ਾਹ ਜੀ ਗੁਰਦੁਆਰਾ ਸ਼ਹੀਦੀ ਬਾਗ ਦੇ ਇਸ ਪਾਵਨ ਅਸਥਾਨ ਤੇ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਪੁੱਜੇ, ਜਿਸ ਤੇ ਭਾਈ ਨੰਦ ਲਾਲ ਜੀ ਨੇ ਬੜਾ ਸਤਿਕਾਰ ਕਰਦਿਆਂ ਗੁਰਸਿੱਖ ਪਾਸੋਂ ਆਉਣ ਦਾ ਕਾਰਨ ਪੁੱਛਿਆ। ਸਤਿਗੁਰਾਂ ਨੇ ਕਿਹਾ, ਭੁੱਖ ਨੇ ਵਿਆਕੁਲ ਕੀਤਾ ਹੋਇਆ ਹੈ, ਭੋਜਨ ਹੈ ਤਾਂ ਛਕਾ ਦਿਓ। ਇਹ ਸੁਣ ਭਾਈ ਨੰਦ ਲਾਲ ਜੀ ਲੰਗਰ ਵਿੱਚ ਗਏ ਤੇ ਜੋ ਵੀ ਛਕਣਯੋਗ ਪਦਾਰਥ ਸਨ ਲਿਆ ਕੇ ਗੁਰਸਿੱਖ ਦੇ ਭੇਖ ਵਿੱਚ ਆਏ ਗੁਰੂ ਪਿਤਾ ਜੀ ਦੇ ਅੱਗੇ ਹਾਜ਼ਰ ਕਰ ਦਿੱਤੇ, ਜਿਸ ਤੇ ਗੁਰੂ ਪਿਤਾ ਜੀ ਬਹੁਤ ਪ੍ਰਸੰਨ ਹੋਏ ਤੇ ਵਾਪਸ ਆ ਗਏ। ਅਗਲੇ ਦਿਨ ਦੇ ਦੀਵਾਨ ਵਿੱਚ ਰਾਤ ਦੀ ਸਾਰੀ ਗੱਲ ਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦੱਸੀ ਤੇ ਭਾਈ ਨੰਦ ਲਾਲ ਜੀ ਦੁਆਰਾ ਹਾਜ਼ਰ ਕੀਤਾ ਰਾਤ ਵਾਲਾ ਭੋਜਨ ਵੀ ਸੰਗਤਾਂ ਨੂੰ ਵਿਖਾਇਆ। ਸਤਿਗੁਰਾਂ ਨੇ ਕਿਹਾ ਕਿ ਭਾਈ ਨੰਦ ਲਾਲ ਸਾਡਾ ਪਰਮ ਪ੍ਰਿਯ ਦਾਤਾ ਹੋ ਗਿਆ ਹੈ, ਨੰਦ ਲਾਲ ਭਾ ਹਮਰੋ ਦਾਤਾ। ਨਾਲ ਹੀ ਸਤਿਗੁਰਾਂ ਨੇ ਭਾਈ ਨੰਦ ਲਾਲ ਜੀ ਨੂੰ ਵਰ ਦਿੰਦਿਆਂ ਇਹ ਵੀ ਕਿਹਾ ਕਿ ਇਹਨਾਂ ਦੁਆਰਾ ਚਲਾਏ ਜਾ ਰਹੇ ਲੰਗਰ ਵਿੱਚ ਅੰਮ੍ਰਿਤ ਰਸ ਪ੍ਰਾਪਤ ਹੋਇਆ ਕਰੇਗਾ। ਗੁਰਦੁਆਰਾ ਸ਼ਹੀਦੀ ਬਾਗ 'ਚ ਦੋ ਹੋਰ ਵੀ ਇਤਿਹਾਸਕ ਅਸਥਾਨ ਹਨ, ਜਿਵੇਂ ਬੋਹੜ ਸਾਹਿਬ ਜੋ ਕਿ ਸੁੱਕ ਗਿਆ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨਾਂ ਦੁਆਰਾ ਮਾਈ ਭਾਗਣ ਦੇ ਇਸ਼ਨਾਨ ਕਰਨ ਨਾਲ ਹਰਿਆ ਹੋਇਆ ਸੀ, ਅਤੇ ਦੂਜਾ ਸ਼ਹੀਦੀ ਦੇਗਾਂ ਵਾਲਾ ਅਸਥਾਨ ਜਿੱਥੇ ਗੁਰੂ ਪਿਤਾ ਜੀ ਦੀਆਂ ਲਾਡਲੀਆਂ ਫੌਜਾਂ ਸ਼ਹੀਦੀ ਦੇਗਾਂ ਦੇ ਰਗੜੇ ਲਾ ਕੇ ਸੰਗਤਾਂ ਨੂੰ ਛਕਾਇਆ ਕਰਦੀਆਂ ਸਨ। ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਦਾ ਪ੍ਰਬੰਧ ਹੁਣ ਤਰਨਾ ਦਲ ਦੇ ਅਧੀਨ ਚੱਲ ਰਿਹਾ ਹੈ। ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।